मेरे को बहुत सारिया चिट्ठियां ने इन्हां दियां, हरपाल चीमे दियां, अमन अरोड़े दियां और कुलतार सिंह संधवा ਦੇ ਵੀ ਸਾਈਨ ਸੀਗੇ। ਮੈਂ ਕਿਹਾ ਹੁਣ ਤੁਸੀਂ ਸੈਸ਼ਨ ਕਟੇਲ ਕਰ ਰਹੇ ਹੋ, ਤੁਸੀਂ ਸੈਸ਼ਨ ਸਿਰਫ ਮਹਿਜ਼ 6 ਦਿਨ ਦਾ ਰੱਖਿਆ ਵਾ। ਬਜਟ ਇਜਲਾਸ ਏਡਾ ਛੋਟਾ ਕਦੀ ਹੋਇਆ ਨਹੀਂਗਾ। ਪਹਿਲਾਂ BBM ਤੇ ਹਕੂਕ ਤੇ ਡਾਕਾ ਜੀ, ਫਿਰ ਉਸ ਤੋਂ ਬਾਅਦ BSF ਦਾ ਦਾਇਰਾ ਵਧਾਇਆ ਜੀ, ਔਰ ਫਿਰ ਉਸ ਤੋਂ ਬਾਅਦ ਚੰਡੀਗੜ੍ਹ ਦੀ ਜਿਹੜੀ EMPLOYEES ਦੀ ਸੀਗਾ ਉਹ ਇੱਕ ਤਰਫਾ ਨੋਟੀਫਿਕੇਸ਼ਨ ਕਰਕੇ BJP ਨੇ ਉਹਨਾਂ ਨੂੰ ਟੇਕ ਓਵਰ ਕਰ ਰਿਹਾ। ਇਹ ਸਾਰੀਆਂ ਗੱਲਾਂ ਔਰ ਹੁਣ ਪੰਜਾਬ ਯੂਨੀਵਰਸਿਟੀ ਔਰ ਬੱਚੇ ਲੜ ਰਹੇ ਨੇ। ਮੈਂ ਉਹ 7 ਜਿਹੜੀ ਸਾਡੀ ਇੱਕ ਆਰਗੇਨਾਈਜੇਸ਼ਨ ਹੈ ਉਹਦਾ ਤੇ ਲਲਕਾਰ ਦਾ ਵੇਰਵਾ ਦੇ ਕੇ ਕਿਹਾ ਕਿ ਸਾਰੀਆਂ ਪਾਰਟੀਆਂ ਨੂੰ ਇਕੱਠੇ ਹੋ ਕੇ ਇਸ ਮਸਲੇ ਦੇ ਉੱਤੇ ਪੂਰਾ ਠੋਕਵਾਂ ਜਵਾਬ BJP ਦੀ ਕੇਂਦਰ ਸਰਕਾਰ ਨੂੰ ਯੂਨੀਵਰਸਿਟੀ ਤੇ ਦੇਣਾ ਚਾਹੀਦਾ। ਮੈਂ ਉਹਨਾਂ ਨੂੰ ਕਿਹਾ ਜਿਹੜੀ ਚੰਗੀਆਂ ਗੱਲਾਂ ਕਰੋਗੇ ਅਸੀਂ ਤੁਹਾਡਾ ਮੁਬਾਰਕਬਾਦ ਦਿੰਦੇ ਹਾਂ। ਤੁਸੀਂ ਮਲਟੀਪਲ ਪੈਨਸ਼ਨ ਬੰਦ ਕੀਤੀ, ਸਵਾਗਤ ਕੀਤਾ, ਪਰ ਤੁਸੀਂ ਦੂਜੇ ਪਾਸੇ 250 ਕਰੋੜ ਰੁਪਇਆ ਇਸ਼ਤਿਹਾਰਬਾਜ਼ੀ ਤੇ ਖਰਚਤਾ। ਇਹ ਕਿੱਡੀ ਅਕਲਮੰਦੀ ਦੀ ਗੱਲ ਹੈ। ਸਾਰੇ ਪੰਜਾਬ ਤੋਂ ਬਾਹਰ ਦੂਜੇ ਸੂਬਿਆਂ ਵਿੱਚ ਇਸ਼ਤਿਹਾਰ ਦੇ ਰਹੇ ਹੋ, ਗੁਜਰਾਤ, ਮੱਧ ਪ੍ਰਦੇਸ਼, ਮਹਾਰਾਸ਼ਟਰ, ਹਿਮਾਚਲ ਪ੍ਰਦੇਸ਼, ਵਾਟ ਫॉर। ਤੇ ਜੇ ਥੱਲਿਓ ਜਿਹੜੀ ਚੇਨ ਬਣੀ ਆ, ਜੇ ਤੁਸੀਂ ਕਹੋ ਕੱਲਾ ਮੰਤਰੀ ਫੜ ਰਹੇ ਅਸੀਂ ਜਾਂ ਇੱਕ ਆਦਮੀ ਪੋਲੀਟੀਕਲ ਫੜ ਰਹੇ ਆ, ਵਾਟ ਅਬਾਊਟ ਬਿਊਰੋਕਰੈਟਸ? ਇਹ ਦੁੱਧ ਤੇ ਧੋਤੇ ਹੋਏ ਨੇ ਸਾਰੇ। ਕੱਲ ਪਰਸੋਂ ਤੁਸੀਂ ਪੜ੍ਹ ਲਿਆ ਜਿਹੜਾ MLA ਮਿਨਿਸਟਰ ਰਣਦੀਪ ਸਿੰਘ ਐਗਰੀਕਲਚਰ ਮਿਨਿਸਟਰ ਸੀਗੇ ਨਾਭੇ ਵਾਲੇ, ਉਹਨਾਂ ਨੇ ਕਿਹਾ 1100 ਕਰੋੜ ਰੁਪਏ ਦਾ ਜਿਹੜਾ ਐਗਰੀਕਲਚਰ ਦੇ ਫੰਡ ਆਇਆ ਸੀਗਾ ਪੰਜਾਬ ਸਰਕਾਰ ਨੂੰ, ਉਹ ਸਾਰੇ ਅਫਸਰ ਹੀ ਖਾ ਗਏ ਨੇ। ਸੋ ਜੇ ਤੁਸੀਂ ਕਹੋ ਕਿ ਜੇ ਤਾਂ ਤੁਸੀਂ ਬਦਲਾਖੋਰੀ ਨਾ ਕਰਨੀ ਤਾਂ ਫਿਰ ਤੁਸੀਂ ਸਾਡੇ ਮੰਤਰੀਆਂ ਮਗਰ ਪੈ ਸਕਦੇ ਹੋ, ਤੇ ਜੇ ਤੁਸੀਂ ਇਨਸਾਫ ਪਸੰਦੀ ਨਾਲ ਕਰਪਸ਼ਨ ਕਰਨੀ ਦੈਨ ਜਿਹੜੀ ਚੇਨ ਆਫ ਕਮਾਂਡ ਬਣੀ ਆ, ਜਿਨ੍ਹਾਂ ਲੋਕਾਂ ਨੇ ਰਲ ਕੇ ਸਾਰੇ ਪੈਸੇ ਖਾਦੇ ਨੇ, ਇਹ ਤਾਂ ਹੋ ਨਹੀਂ ਸਕਦਾ ਕਿ ਮਿਨਿਸਟਰ ਨੇ ਇਕੱਲੇ ਨੇ ਖਾ ਲਏ ਨੇ। ਕਿਸੇ ਸੈਕਟਰੀ ਨੇ ਵੀ ਖਾਦੇ ਹੋਣਗੇ, ਕਿਸੇ ਚੀਫ ਨੇ ਵੀ ਖਾਦੇ ਹੋਣਗੇ, ਕਿਸੇ SC ਨੇ ਵੀ ਖਾਦੇ ਹੋਣਗੇ, ਕਿਸੇ XN ਨੇ ਵੀ ਖਾਦੇ ਹੋਣਗੇ, ਕਿਸੇ SDO ਨੇ ਵੀ ਖਾਦੇ ਹੋਣਗੇ, ਕਿਸੇ JE ਨੇ ਵੀ ਖਾਦੇ ਹੋਣਗੇ। ਸੋ ਵੀ ਸਟੈਂਡ ਕਿ ਅਸੀਂ ਵੀ ਆਰ ਅਗੇਂਸਟ ਕਰਪਸ਼ਨ, ਬਟ ਇਟ ਸ਼ੁਡ ਨਾਟ ਬੀ ਸਿਲੈਕਟਿਵ ਪੋਲੀਟੀਕਲ ਟਾਰਗੇਟਿੰਗ। ਸਾਡਾ ਇਹ ਮੰਨਣਾ ਵਾ ਕਿ ਇਹ ਟ੍ਰੇਡ ਨੂੰ ਮੋਨੋਪੋਲਾਈਜ਼ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਇਹ ਵੱਡੇ ਵਪਾਰੀ ਜਿਹੜੇ ਦਿੱਲੀ 'ਚ ਇਹਨਾਂ ਦੇ ਨਾਲ ਕੰਮ ਕਰਦੇ ਸੀ, ਉਹਨਾਂ ਨੂੰ ਪੰਜਾਬ ਦੇ ਵਿੱਚ ਵਾੜ ਰਹੇ ਨੇ, ਤੇ ਛੋਟੇ ਠੇਕੇਦਾਰ ਨੂੰ ਜਿਹੜਾ 10 ਲੱਖ ਆਦਮੀ ਸ਼ਰਾਬ ਦੇ ਠੇਕੇ ਦੇ ਵਪਾਰਾਂ 'ਚ ਰੋਟੀ ਖਾਂਦਾ ਵਾ, ਇਹ ਉਹਨਾਂ ਨੂੰ ਰੋਟੀ ਤੋਂ ਵਾਂਝੇ ਕਰ ਰਹੇ। ਦੇ ਸ਼ੁਡ ਰਿਵਿਊ ਦੇਅਰ ਐਕਸਾਈਜ਼ ਪਾਲਿਸੀ ਐਂਡ ਰਿਡਿਊਸ ਦੀ ਸਾਈਜ਼ ਆਫ ਸਰਕਲਸ, ਤਾਂ ਕਿ ਆਮ ਆਦਮੀ ਵੀ ਜਿਹੜਾ ਗਰੀਬ ਕੋਈ ਛੋਟਾ ਠੇਕੇਦਾਰ ਆ ਉਹ ਇਹਨਾਂ ਸ਼ਰਾਬ ਦੇ ਠੇਕਿਆਂ ਦੀ ਬੋਲੀ ਦੇ ਸਕੇ। ਪੰਜਾਬ ਵਿਧਾਨ ਸਭਾ ਦਾ ਇਜਲਾਸ ਖਤਮ ਹੋਣ ਤੋਂ ਬਾਅਦ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਆਮ ਆਦਮੀ ਪਾਰਟੀ ਨੂੰ ਲੈ ਕੇ ਕਈ ਸਵਾਲ ਖੜੇ ਕੀਤੇ ਨੇ। ਸੁਖਪਾਲ ਖਹਿਰਾ ਨੇ ਪੰਜਾਬ ਦੇ ਵਿੱਚ ਹੋਈ ਬੇਅਦਬੀ ਦਾ ਮੁੱਦਾ ਚੁੱਕਿਆ ਤੇ ਨਾਲ ਹੀ ਉਹਨਾਂ ਨੇ ਕਿਸਾਨਾਂ ਦੀ ਖੁਦਕੁਸ਼ੀ ਨੂੰ ਲੈ ਕੇ ਵੀ ਗੱਲਬਾਤ ਕੀਤੀ ਹੈ। ਤੇ ਇਸ ਦੇ ਨਾਲ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਜਦੋਂ ਆਮ ਆਦਮੀ ਪਾਰਟੀ ਵਿਰੋਧੀ ਧਿਰ ਦੇ ਵਿੱਚ ਹੁੰਦੀ ਸੀ ਤਾਂ ਇਜਲਾਸ ਵਧਾਉਣ ਦੀ ਮੰਗ ਕਰਦੀ ਸੀ, ਪਰ ਅੱਜ ਉਹ ਬਜਟ ਸੈਸ਼ਨ ਆ ਜਿਹੜਾ ਉਹ ਥੋੜੇ ਸਮੇਂ ਦੇ ਵਿੱਚ ਹੀ ਖਤਮ ਕਰਨ ਦੀ ਗੱਲ ਕਰ ਰਹੇ ਨੇ। ਇਸ ਤੋਂ ਇਲਾਵਾ ਸੁਖਪਾਲ ਸਿੰਘ ਖਹਿਰਾ ਦਾ ਹੋਰ ਕੀ ਕਹਿਣਾ ਹੈ, ਆਓ ਤੁਹਾਨੂੰ ਵੀ ਸੁਣਾਉਂਦੇ ਹਾਂ। ਜ਼ੀਰੋ ਆਵਰ ਹੁੰਦਾ, ਉਹ ਇਕੱਲਾ ਆਪੋਜੀਸ਼ਨ ਦਾ ਹੁੰਦਾ, ਰੂਲਿੰਗ ਪਾਰਟੀ ਵਾਸਤੇ ਨਹੀਂ ਹੁੰਦਾ। ਉਹ ਸਾਡਾ ਅਧਿਕਾਰ ਜਿਹੜਾ ਅਨਫੋਰਚੂਨੇਟਲੀ ਸਪੀਕਰ ਸਾਹਿਬ ਨੇ ਸ਼ੋਰਗੁਲ ਵਿੱਚ ਖਤਮ ਕਰ ਦਿੱਤਾ। ਅਸੀਂ ਤਾਂ ਉਹਨਾਂ ਨੂੰ ਸਿਰਫ ਕਹਿ ਰਹੇ ਹਾਂ ਕਿ 3 ਮਹੀਨੇ ਪਹਿਲਾਂ ਹੀ ਤੁਸੀਂ ਆਪੋਜੀਸ਼ਨ ਵਿੱਚ ਸੀਗੇ। ਮੈਂ ਉਹਨਾਂ ਨੂੰ ਚਿੱਠੀ ਕੱਢ ਕੇ ਦਿਖਾਤੀ ਜਿਹਦੇ ਚੋਂ ਸੈਸ਼ਨ ਲੰਬਾ ਮੰਗਦੇ ਸੀ, 20 ਸਿਟਿੰਗ ਮੰਗਦੇ ਸੀਗੇ, ਔਰ ਮੇਰੇ ਕੋਲ ਚਿੱਠੀਆਂ ਹਨ ਜਿਹਦੇ ਚੋਂ MP ਲੈਡ ਮੰਗਦੇ ਸੀ ਆਪੋਜੀਸ਼ਨ ਦੇ ਮੈਂਬਰਸ ਵਾਸਤੇ। ਮੇਰੇ ਕੋਲ ਬਹੁਤ ਸਾਰੀਆਂ ਚਿੱਠੀਆਂ ਨੇ ਇਹਨਾਂ ਦੀਆਂ, ਹਰਪਾਲ ਚੀਮੇ ਦੀਆਂ, ਅਮਨ ਅਰੋੜੇ ਦੀਆਂ ਔਰ ਕੁਲਤਾਰ ਸਿੰਘ ਸੰਧਵਾ ਦੇ ਵੀ ਸਾਈਨ ਸੀਗੇ। ਮੈਂ ਕਿਹਾ ਹੁਣ ਤੁਸੀਂ ਸੈਸ਼ਨ ਕਟੇਲ ਕਰ ਰਹੇ ਹੋ, ਤੁਸੀਂ ਸੈਸ਼ਨ ਸਿਰਫ ਮਹਿਜ਼ 6 ਦਿਨ ਦਾ ਰੱਖਿਆ ਵਾ। ਬਜਟ ਇਜਲਾਸ ਏਡਾ ਛੋਟਾ ਕਦੀ ਹੋਇਆ ਨਹੀਂਗਾ। ਇਸ ਲਈ ਇਹ ਜਿਹੜਾ ਜ਼ੀਰੋ ਆਵਰ ਦਾ ਸੀਗਾ, ਇੱਕ ਤਾਂ ਪਹਿਲਾ ਨੁਕਸਾਨ ਉਹ ਕੀਤਾ, ਦੂਸਰਾ ਬਹਿਸ ਜਿਹੜੀ ਸੀ ਉਹ ਸਾਜ਼ਗਾਰ ਹੋ ਰਹੀ ਹੈ, ਕੋਈ ਲੰਬੀ ਚੌੜੀ ਗੱਲ ਨਹੀਂ। ਮੈਨੂੰ ਜਦੋਂ ਮੌਕਾ ਮਿਲਿਆ, ਮੈਂ ਜਿਹੜੇ ਇੰਪੋਰਟੈਂਟ ਇਸ਼ੂਜ਼ ਆ ਪੰਜਾਬ ਯੂਨੀਵਰਸਿਟੀ ਦੀ, ਜਿਹੜਾ ਸੈਫਰਨਾਈਜੇਸ਼ਨ ਕਰਨ ਦੀ ਕੋਸ਼ਿਸ਼ ਕਰ ਰਹੀ ਸਰਕਾਰ, ਜੋ ਸਾਡੇ ਤੇ ਡਾਕਾ ਮਾਰਿਆ ਸਾਡੇ ਯੂਨੀਵਰਸਿਟੀ, ਕਿਉਂਕਿ ਸਾਡੀ ਪ੍ਰੀਮੀਅਰ ਇੰਸਟੀਟਿਊਸ਼ਨ ਹੈ। ਪਹਿਲਾਂ BBM ਤੇ ਹਕੂਕ ਤੇ ਡਾਕਾ ਜੀ, ਫਿਰ ਉਸ ਤੋਂ ਬਾਅਦ BSF ਦਾ ਦਾਇਰਾ ਵਧਾਇਆ ਜੀ, ਔਰ ਫਿਰ ਉਸ ਤੋਂ ਬਾਅਦ ਚੰਡੀਗੜ੍ਹ ਦੀ ਜਿਹੜੀ EMPLOYEES ਦੀ ਸੀਗਾ ਉਹ ਇੱਕ ਤਰਫਾ ਨੋਟੀਫਿਕੇਸ਼ਨ ਕਰਕੇ BJP ਨੇ ਉਹਨਾਂ ਨੂੰ ਟੇਕ ਓਵਰ ਕਰ ਰਿਹਾ। ਇਹ ਸਾਰੀਆਂ ਗੱਲਾਂ ਔਰ ਹੁਣ ਪੰਜਾਬ ਯੂਨੀਵਰਸਿਟੀ ਔਰ ਬੱਚੇ ਲੜ ਰਹੇ ਨੇ। ਮੈਂ ਉਹ 7 ਜਿਹੜੀ ਸਾਡੀ ਇੱਕ ਆਰਗੇਨਾਈਜੇਸ਼ਨ ਹੈ ਉਹਦਾ ਤੇ ਲਲਕਾਰ ਦਾ ਵੇਰਵਾ ਦੇ ਕੇ ਕਿਹਾ ਕਿ ਸਾਰੀਆਂ ਪਾਰਟੀਆਂ ਨੂੰ ਇਕੱਠੇ ਹੋ ਕੇ ਇਸ ਮਸਲੇ ਦੇ ਉੱਤੇ ਪੂਰਾ ਠੋਕਵਾਂ ਜਵਾਬ BJP ਦੀ ਕੇਂਦਰ ਸਰਕਾਰ ਨੂੰ ਯੂਨੀਵਰਸਿਟੀ ਤੇ ਦੇਣਾ ਚਾਹੀਦਾ। ਦੂਸਰਾ ਮੱਤੇਵਾੜਾ ਦਾ ਜੰਗਲ ਜੀ, ਜੋ ਲੁਧਿਆਣੇ ਦਾ ਇੱਕ ਸਾਰੇ ਜਿੰਨੇ ਵੀ ਐਕਟਿਵਿਸਟ ਨੇ এনवायरमेंट ਦੇ, ਉਹ ਬੜੇ ਚਿੰਤਿਤ ਨੇ ਕਿ ਸਾਡਾ ਜਿਹੜਾ ਸਤਲੁਜ ਦਰਿਆ ਦੇ ਕੰਢੇ ਦੇ ਉੱਤੇ ਅਗਰ ਉੱਥੇ ਟੈਕਸਟਾਈਲ ਪਾਰਕ ਜਾਂ ਇੰਡਸਟਰੀਅਲ ਪਾਰਕ ਬਣੇਗਾ, ਸਾਰਾ ਦਰਿਆ ਪ੍ਰਦੂਸ਼ਿਤ ਹੋਊਗਾ, ਜ਼ਮੀਨ ਪ੍ਰਦੂਸ਼ਿਤ ਹੋਊਗੀ, ਪਾਣੀ ਥੱਲੜਾ ਖਰਾਬ ਹੋਊਗਾ। ਔਰ ਪਿਛਲੀਆਂ ਸਰਕਾਰਾਂ ਵੇਲੇ ਆਪੋਜੀਸ਼ਨ ਆਮ ਆਦਮੀ ਪਾਰਟੀ ਉੱਤੇ ਜਾਂਦੇ ਰਹੇ ਨੇ ਆਪ। ਤਾਂ ਮੈਂ ਉਹਨਾਂ ਨੂੰ ਕਿਹਾ ਕਿ ਚੀਫ ਮਿਨਿਸਟਰ ਸਾਹਿਬ ਨੂੰ ਇਹ ਗੱਲ ਨੂੰ ਕਨਵਿੰਸ ਕਰੋ ਕਿ ਉਹ ਇੰਡਸਟਰੀਅਲ ਪਾਰਕ ਨੂੰ ਮੱਤੇਵਾੜਾ ਤੇ ਸਿੱਖੋਵਾਲ ਪਿੰਡ ਹੈ, 400 ਏਕੜ ਜ਼ਮੀਨ ਉਹਨਾਂ ਦੀ ਧੱਕੇ ਨਾਲ ਅਕਵਾਇਰ ਕੀਤੀ ਆ, ਉਹ ਸਾਰੇ ਆਈਡੀਆ ਨੂੰ ਡ੍ਰੌਪ ਕਰ ਦਿਓ। ਕਿਉਂਕਿ ਜੇ ਆਪਾਂ ਕਹਿੰਦੇ ਕਿ ਬਦਲਾਵ ਤਾਂ ਫਿਰ ਇਸੇ ਤਰੀਕੇ ਨਾਲ ਆਵੇਗਾ ਨਾ। ਜੇ ਆਪਾਂ ਪੁਰਾਣੀਆਂ ਸਰਕਾਰਾਂ ਦੇ ਤਰਜ਼ ਤੇ ਚੱਲਦੇ ਹੋਏ ਅਸੀਂ ਇਹੀ ਗੱਲਾਂ ਕਰੀ ਚੱਲਾਂਗੇ ਜਿਹੜੀਆਂ ਪੁਰਾਣੀਆਂ ਗਲਤੀਆਂ, ਤੇ ਫਿਰ ਬਦਲਾਵ ਹੋਏਗਾ ਨਹੀਂਗਾ। ਔਰ ਇਸ ਤੋਂ ਇਲਾਵਾ ਜਿਹੜਾ ਕਿਸਾਨਾਂ ਦੀ ਖੁਦਕੁਸ਼ੀ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮੈਂ ਬਹੁਤ ਕਿਹਾ ਕਿ ਤੁਸੀਂ
ਤੁਹਾਡੇ ਪ੍ਰੈਜ਼ੀਡੈਂਟ ਨੇ ਕਿਹਾ ਸੀ ਕਿ 24 ਘੰਟਿਆਂ 'ਚ ਮਸਲਾ ਹੱਲ ਕਰਾਂਗੇ। ਚਲੋ ਹੁਣ 24 ਘੰਟੇ ਤੇ ਕਹਿਣ ਨੂੰ ਹੁੰਦੇ, 3 ਮਹੀਨੇ ਵੀ ਥੋੜਾ ਸਮਾਂ ਵਾ, ਪਰ ਕੋਈ ਤਾਂ ਸ਼ੁਰੂਆਤ ਹੋਣੀ ਚਾਹੀਦੀ। ਇਹਨਾਂ ਦੇ ਆਪਣੇ ਐਮਐਲਏ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਇਲਜ਼ਾਮ ਲਾਏ ਕਿ ਸਰਕਾਰ ਇਹਦੇ ਤੇ ਪੁਖਤਾ ਕਾਰਵਾਈ ਨਹੀਂ ਕਰ ਰਹੀ, ਔਰ ਜਿਨ੍ਹਾਂ ਲੋਕਾਂ ਨੇ ਐਸਆਈਟੀ 'ਚ ਕੋਆਪਰੇਟ ਨਹੀਂ ਕੀਤਾ, ਤੁਸੀਂ ਸਾਰੇ ਅਫਸਰਾਂ ਨੂੰ ਜਾਣਦੇ ਚੰਗੀ ਤਰ੍ਹਾਂ ਨਾਲ, ਉਹਨਾਂ ਨੂੰ ਇਹ ਸਰਕਾਰ ਨੇ ਪਲੰਮ ਪੋਸਟਿੰਗਸ ਦਿੱਤੀਆਂ, ਇੰਟੈਲੀਜੈਂਸ ਦਾ ਚੀਫ ਬਣਾ ਦਿੱਤਾ, ਕਮਿਸ਼ਨਰ ਦਿੱਤਾ ਇੱਕ ਸ਼ਹਿਰ ਦਾ। ਸੋ ਬੇਅਦਬੀਆਂ ਦਾ ਮੈਂ ਇਹ ਕਿਹਾ ਕਿ ਇਹ ਆਪਣਾ ਇੱਕ ਸਾਂਝਾ ਕੰਮ ਹੈ, ਇਹ ਕੋਈ ਕਿਸੇ ਇੱਕ ਵਿਅਕਤੀ ਵਿਸ਼ੇਸ਼ ਪਾਰਟੀ ਧਰਮ ਦਾ ਨਹੀਂਗਾ, ਜਿੰਨਾ ਗੁਰੂ ਨਾਨਕ ਨਾਮ ਲੇਵਾ, ਬਲਕਿ ਸਾਰੇ ਧਰਮਾਂ ਦਾ ਕੰਮ ਹੈ। ਇਹਨੂੰ ਇਨਸਾਫ ਮਿਲਣਾ ਚਾਹੀਦਾ, ਔਰ ਇਹਦੇ ਨਾਲ ਕਿਸਾਨਾਂ ਦੀ ਆਤਮ ਹੱਤਿਆਵਾਂ, ਖੁਦਕੁਸ਼ੀਆਂ ਨਿਰੰਤਰ ਚੱਲ ਰਹੀਆਂ ਨੇ, ਡਰੱਗਸ ਦੇ ਉੱਤੇ ਜਿੰਨੀਆਂ ਪੰਜਾਬ ਦੇ ਵਿੱਚ ਮੌਤਾਂ ਹੋ ਰਹੀਆਂ ਨੇ, ਲਾਅ ਐਂਡ ਆਰਡਰ ਤੇ ਸਾਡੇ ਲੀਡਰ ਆਫ ਆਪੋਜੀਸ਼ਨ ਨੇ ਕਾਫੀ ਲੰਬੀ ਚੌੜੀ ਤਕਰੀਰ ਕਰਕੇ ਮੂਸੇਵਾਲੇ ਦੇ ਕਤਲ ਮੁਤੱਲਕ, ਸੋ ਕਾਫੀ ਜਿਹੜੇ ਇਸ਼ੂਜ਼ ਸੀਗੇ ਜੋ ਕਰੰਟ ਇਸ਼ੂਜ਼ ਨੇ। ਮੈਂ ਬਲਕਿ ਪਹਿਲਾਂ EMPLOYEES ਦੇ ਬਾਰੇ ਵੀ ਗੱਲ ਕੀਤੀ ਕਿ ਜਿਹੜੇ ਟੈਟ ਪਾਸ ਮੁਲਾਜ਼ਮ ਨੇ, ETT ਨੇ, PTIs ਨੇ, ਐਗਰੀਕਲਚਰ ਡਿਪਾਰਟਮੈਂਟ ਦੇ ਜਿਹੜੇ ਆਤਮਾ ਵਰਕਰਸ ਨੇ, ਇਹ ਬਲਕਿ ਉਹ ਲੜਕੀ ਦਾ ਵੀ ਉਦਾਹਰਨ ਦਿੱਤਾ, ਉਹਦਾ ਨਾਮ ਲਿਆ ਅੰਦਰ ਕਿ ਸਿੱਪੀ ਸ਼ਰਮਾ ਜਿਹੜੀ ਸੁਹਾਣਾ ਦੀ ਟੈਂਕੀ ਤੇ ਚੜੀ ਸੀ ਜਦੋਂ ਕੇਜਰੀਵਾਲ ਤੇ ਭਗਵੰਤ ਮਾਨ ਨੇ ਲਾਇਆ ਉਹਨੂੰ, ਉਹ ਹੁਣ ਸੰਗਰੂਰ ਦੀ ਟੈਂਕੀ ਵਿੱਚ, ਮੈਂ ਕਿਹਾ ਤੁਹਾਡੇ ਇਸ ਜਿਮਨੀ ਚੋਣ ਵਿੱਚ ਮੀਥੇਰ ਸਾਹਮਣੇ ਬੈਠਾ ਸੀ ਐਜੂਕੇਸ਼ਨ ਦਾ, ਤੁਹਾਡੇ ਘਰ ਦੇ ਬਾਹਰ ਧਰਨਾ ਲਾਇਆ ਲੋਕਾਂ ਨੇ, ਇਹਨਾਂ ਨੂੰ ਇਨਸਾਫ ਦਿਓ, ਇਹਨਾਂ ਲੋਕਾਂ ਨੂੰ ਪੱਕੇ ਕਰੋ। ਔਰ ਹਾਂ, ਸਵੀਕਾਰ ਕਰ ਰਹੇ ਨੇ ਗੱਲਾਂ। ਹੁਣ ਦੇਖੋ ਗੱਲ ਇਹ ਹੈਗੀ ਆ ਕਿ ਤੁਹਾਨੂੰ ਸਭ ਨੂੰ ਪਤਾ ਵਾ ਕਿ ਕਿਉਂਕਿ ਉਹਨਾਂ ਕੋਲ ਆਪਣੇ ਇੱਕ ਬਰੂਟ ਮੈਜੋਰਿਟੀ ਆ, ਰੂਥਲੈਸ। ਅੱਜ ਉਹਨਾਂ ਨੇ ਕਾਫੀ ਆਪਣੇ ਜਦੋਂ 90-92 ਇੱਕ ਪਾਸੇ ਨੇ ਤੇ ਦੂਜੇ ਪਾਸੇ 18 ਬੰਦੇ ਨੇ, ਤੇ ਉਹਦੇ ਚ ਸ਼ੋਰ ਦੀ ਤੁਲਨਾ ਤਾਂ ਕੋਈ ਹੋ ਨਹੀਂ ਸਕਦੀ। ਮੈਨੂੰ ਨਹੀਂ ਸੀ ਆਸ ਕਿ ਇੰਨੇ ਵੱਡੀ ਪਾਰਟੀ, ਇੰਨੇ ਵੱਡੇ ਐਮਐਲਏਜ਼ ਇੰਨਾ ਪੇਸ਼ੈਂਸ ਰੱਖਣਗੇ ਕਿ 18 ਬੰਦਿਆਂ ਨੂੰ ਬਣਦਾ ਟਾਈਮ ਦੇ ਦਈਏ, ਉਹਨਾਂ ਦੀ ਗੱਲ ਸੁਣ ਲਈਏ। ਥੋੜੀ ਨੁਕਤਾਚੀਨੀ ਵੀ ਸੁਣਨੀ ਚਾਹੀਦੀ ਆ। ਯੂ ਸ਼ੁੱਡ ਹੈਵ the digestion to digest criticism। ਮੈਂ ਉਹਨਾਂ ਨੂੰ ਕਿਹਾ ਜਿਹੜੀਆਂ ਚੰਗੀਆਂ ਗੱਲਾਂ ਕਰੋਗੇ ਅਸੀਂ ਤੁਹਾਡਾ ਮੁਬਾਰਕਬਾਦ ਦਿੰਦੇ ਆ। ਤੁਸੀਂ ਮਲਟੀਪਲ ਪੈਨਸ਼ਨ ਬੰਦ ਕੀਤੀ, ਸਵਾਗਤ ਕੀਤਾ, ਪਰ ਤੁਸੀਂ ਦੂਜੇ ਪਾਸੇ 250 ਕਰੋੜ ਰੁਪਇਆ ਇਸ਼ਤਿਹਾਰਬਾਜ਼ੀ ਤੇ ਖਰਚਤਾ, ਇਹ ਕਿੱਡੀ ਅਕਲਮੰਦੀ ਦੀ ਗੱਲ ਹੈ। ਸਾਰੇ ਪੰਜਾਬ ਤੋਂ ਬਾਹਰ ਦੂਜੇ ਸੂਬਿਆਂ ਵਿੱਚ ਇਸ਼ਤਿਹਾਰ ਦੇ ਰਹੇ ਹੋ, ਗੁਜਰਾਤ, ਮੱਧ ਪ੍ਰਦੇਸ਼, ਮਹਾਰਾਸ਼ਟਰ, ਹਿਮਾਚਲ ਪ੍ਰਦੇਸ਼, ਵਾਟ ਫॉर। ਤੋ ਆਈ ਕਾਲ them, ਮੈਂ ਕਿਹਾ ਅੰਗਰੇਜ਼ੀ ਦਾ ਛੋਟਾ ਜਿਹਾ ਕੋਟ ਹੈ, ਬੀਇੰਗ ਪੈਨੀ ਵਾਈਜ਼ ਐਂਡ ਪਾਉਂਡ ਫੁਲਿਸ਼। ਮਲਟੀਪਲ ਪੈਨਸ਼ਨ ਨਾਲ ਸ਼ਾਇਦ 8 ਕਰੋੜ ਰੁਪਇਆ ਸਾਲਾਨਾ ਬਚੇਗਾ ਤੇ ਦੂਜੇ ਪਾਸੇ 250 ਕਰੋੜ ਰੁਪਇਆ ਆਪਾਂ ਇਸ਼ਤਿਹਾਰਬਾਜ਼ੀ ਤੇ ਖਰਚਾ, ਜਿਹੜਾ ਹੈਲੀਕਾਪਟਰਾਂ ਤੇ ਖਰਚਾ ਉਹ ਲੈਦਾ। ਸੋ ਇਹ ਸਾਰੀਆਂ ਗੱਲਾਂ ਅੰਦਰ ਜਿਹੜੀਆਂ ਅੱਜ ਕਹੀਆਂ ਗਈਆਂ ਨੇ। ਹੁਣ ਨਵੇਂ ਅੰਕੜੇ ਵੀ ਆ ਗਏ, ਨਵੇਂ ਅੰਕੜੇ ਵੀ ਸਾਹਮਣੇ ਆ ਗਏ, ਕਹਿੰਦੇ ਅਖਬਾਰੀ ਖਰਚੇ ਵੀ 2 ਮਹੀਨੇ ਦਾ ਆਇਆ 16.5 ਕਰੋੜ ਆ ਗਿਆ। ਮੈਂ ਦੇਖ ਲਿਆ ਪੰਜਾਬ ਤੋਂ ਬਾਹਰ ਦਾ 13.5 ਕਰੋੜ ਰੁਪਇਆ ਵਾ ਜੀ। ਪੰਜਾਬ ਤੋਂ ਬਾਹਰ ਦਾ ਇਸ਼ਤਿਹਾਰ ਦੇਣ ਦਾ ਕੋਈ ਤੁੱਕ ਹੀ ਨਹੀਂ ਬਣਦੀ ਹੈਗੀ। ਸੋ ਹਲੇ ਆਉਣ ਵਾਲੇ ਦਿਨਾਂ 'ਚ ਸਾਰੇ ਹੋਰ ਵੀ ਸਮੇਂ ਅਸੀਂ ਦੇਖਦੇ ਹਾਂ, ਸਾਡੇ ਕੋਲ ਟਾਈਮ ਹੋਵੇਗਾ। ਅਸੀਂ ਮਾਨ ਸਰਕਾਰ ਕਹਿੰਦੀ ਵੀ ਵਾਈਟ ਪੇਪਰ ਲੈ ਕੇ ਆਵਾਂਗੇ ਪਿਛਲੇ ਸਰਕਾਰਾਂ 'ਚ ਜਿਹੜੇ ਵੀ ਘਪਲੇ ਹੋਏ। ਦੇਖੋ, ਇੱਕ ਗੱਲ ਮੇਰੀ ਅੱਛੀ ਤਰ੍ਹਾਂ ਸਮਝਣ ਦੀ ਕੋਸ਼ਿਸ਼ ਕਰੋ ਕਿ ਪੰਜਾਬ ਦਾ, ਮੈਂ ਇੱਕ ਬੜੀ ਤੁਹਾਨੂੰ ਨਾ ਲੌਜੀਕਲ ਗੱਲ ਸਮਝਾਉਣ ਲੱਗਾ। ਵਾਈਟ ਪੇਪਰ ਲੈ ਕੇ ਆਉਣ ਜ਼ਰੂਰ ਮਸਟ, ਐਂਡ ਅਸੀਂ ਤਾਂ ਉਹਨਾਂ ਨੂੰ ਕਿਹਾ ਜੇ ਤੁਹਾਨੂੰ ਲੱਗਦਾ ਕਿਸੇ ਬੰਦੇ ਨੇ ਪੰਜਾਬ ਦੇ ਨਾਲ ਕੋਈ ਧੋਖਾਧੜੀ ਕੀਤੀ, ਫੜੋ ਜ਼ਰੂਰ। ਕਿਸੇ ਵੱਡੇ ਬੰਦੇ ਨੇ ਜ਼ਮੀਨ ਕਬਜ਼ਾ ਕੀਤਾ, ਫੜੋ ਜ਼ਰੂਰ। ਤੁਹਾਨੂੰ ਕੌਣ ਰੋਕਦਾ ਵਾ? ਤੁਸੀਂ ਵਾਈਟ ਪੇਪਰ ਵੀ ਲੈ ਕੇ ਆਓ, ਯੂ ਮਸਟ। ਲੇਕਿਨ ਜਿਹੜਾ ਪਹਿਲੇ ਦਿਨ ਜਿਹੜਾ ਕਹਿ ਰਹੇ ਨੇ ਕਿ ਬਜਟ ਵਿੱਚ ਕਰਪਸ਼ਨ ਹੈ, ਦੇਖੋ ਕਰਪਸ਼ਨ ਜ਼ਮੀਨ ਤੇ ਹੋ ਰਹੀ ਆ, ਪ੍ਰੋਜੈਕਟਸ ਵਿੱਚ ਹੋ ਰਹੀ, ਸਾਰਾ ਕੁਝ। ਲੇਕਿਨ ਜੇ ਆਪਾਂ ਕਹੀਏ ਬਜਟ ਦਾ, ਮੈਨੂੰ ਕੇਜਰੀਵਾਲ ਸਾਹਿਬ ਦਾ ਬਿਆਨ ਅੱਛੀ ਤਰ੍ਹਾਂ ਯਾਦ ਹੈ ਕਿ 20% ਬਜਟ ਵਿੱਚ ਕਰਪਸ਼ਨ ਆ। 2.25 ਲੱਖ ਕਰੋੜ ਦਾ ਬਜਟ ਹੁੰਦਾ ਸਾਲ ਦਾ ਪੰਜਾਬ ਦਾ, ਤੇ ਅਸੀਂ 34,000 ਕਰੋੜ ਰੁਪਏ ਬਚਾਵਾਂਗੇ। ਆਫਟਰ ਆਲ ਚੀਫ ਮਿਨਿਸਟਰ ਹੈ, ਉਹਨਾਂ ਨੂੰ ਪਤਾ ਕਿ 60-70% ਤਾਂ ਕਮਿਟਡ ਐਕਸਪੈਂਡੀਚਰ ਹੈ। ਤਨਖਾਹਾਂ ਨੇ, ਉਹ 'ਚ ਕਿੱਥੇ ਕਰਪਸ਼ਨ ਹੋ ਜੂ? ਪੈਨਸ਼ਨਾਂ ਦੇ ਵਿੱਚ ਕਿੱਥੋਂ ਕਰਪਸ਼ਨ ਹੋ ਜੂ? ਜਿਹੜਾ ਅਸੀਂ ਪ੍ਰਿੰਸੀਪਲ ਮੋੜ ਰਹੇ ਹਾਂ, ਵਿਆਜ ਮੋੜ ਰਹੇ ਹਾਂ 3 ਲੱਖ ਕਰੋੜ ਦੇ ਕਰਜ਼ਾ, ਉੱਥੇ ਕਿੱਥੇ ਕਰਪਸ਼ਨ ਹੋ ਜੂਗੀ? ਜਾਂ ਜਿਹੜੇ ਅਸੀਂ ਹੋਰ ਸ਼ਗਨ ਸਕੀਮ ਜਾਂ ਜਿਹੜੀਆਂ ਹੋਰ ਚੀਜ਼ਾਂ ਦੇ ਰਹੇ ਆ, ਉੱਥੇ ਕਿੱਥੇ ਕਰਪਸ਼ਨ ਆਫਟਰ ਆਲ ਡਿਵੈਲਪਮੈਂਟ ਦੇ ਪ੍ਰੋਜੈਕਟਸ ਵਿੱਚ ਹੁੰਦੀ ਆ। ਤੇ ਡਿਵੈਲਪਮੈਂਟ ਦਾ ਪੰਜਾਬ ਦੇ ਵਿੱਚ ਸਕੋਪ ਹੀ ਹੈ ਨਹੀਂਗਾ। ਕੈਪੀਟਲ ਐਕਸਪੈਂਡੀਚਰ, ਕੈਪੀਟਲ ਇਨਫਰਾਸਟ੍ਰਕਚਰ ਨੂੰ ਬਿਲਡ ਕਰਨਾ ਪੰਜਾਬ ਦੇ ਵਿੱਚ, ਉਹਦਾ ਬਹੁਤਾ ਸਕੋਪ ਹੀ ਹੈ ਨਹੀਂਗਾ। ਬਟ ਐਨੀਵੇਜ਼, ਉਹ ਵਾਈਟ ਪੇਪਰ ਵੀ ਜਾਰੀ ਕਰਨ। ਮੈਂ ਸਭ ਤੋਂ ਵੱਡਾ ਮੁੱਦਈ ਆ ਕਿ ਅਗਰ ਕਰਪਸ਼ਨ ਕਿਸੇ ਨੇ ਕੀਤੀ ਹੈ, ਮੈਂ ਅੰਦਰ ਕਹਿ ਕੇ ਆਇਆ ਜੀ, irrespective of party affiliation, whether ਉਹ ਕਾਂਗਰਸ ਹੈ, whether BJP ਹੈ, whether ਅਕਾਲੀ ਆ, whether ਤੁਹਾਡੇ ਚੋਂ ਅਗਾਂਹ ਕੋਈ ਅਗਲੇ, ਸਭ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ। ਇੱਕ ਸਾਲ ਅੱਜ ਰਾਜਾ ਵੜਿੰਗ ਦੇ ਖਿਲਾਫ ਕਹਿੰਦੇ ਵਿਜੀਲੈਂਸ ਨੂੰ ਹੁਣ ਜਾਂਚ ਦੇਣ ਜਾ ਰਹੇ ਆ। 840 ਬੱਸਾਂ ਦਾ ਇੱਕ ਘਪਲਾ ਕੱਢਿਆ, ਕਹਿੰਦੇ ਇੱਕ ਬੱਸ। ਦੇਖੋ, ਪਹਿਲਾਂ ਮੈਂ ਕੱਲ ਸਾਡੀ ਪਾਰਟੀ 'ਚ ਇੱਕ ਫੈਸਲਾ ਹੋਇਆ ਵਾ ਕਿ ਵੀ ਹੈਵ ਟੂ ਡਿਫਰੈਂਸ਼ੀਏਟ ਬਿਟਵੀਨ ਪੋਲੀਟੀਕਲ ਵੈਂਡੇਟਾ ਐਂਡ ਕਰਪਸ਼ਨ। ਉਹਦੇ 'ਚ ਫੈਸਲਾ ਇਹ ਹੋਇਆ ਕਿ ਜਿਸ ਬੰਦੇ ਤੇ ਫਰਜ਼ ਕਰੋ ਕਿਸੇ ਤੇ ਇਲਜ਼ਾਮ ਲੱਗ ਰਹੇ, ਜਿੱਦਾਂ ਮੇਰੇ ਤੇ ED ਨੇ ਇਲਜ਼ਾਮ ਲਾਏ ਕਿ ਜੀ ਫਰਜ਼ੀ ਪਾਸਪੋਰਟ ਹੈ, ਫੋਰਨ ਕਰੰਸੀ ਹੈ ਜੀ, ਪੈਸੇ ਲੱਭੇ ਜੀ, ਇੱਕ ਇਲਜ਼ਾਮ ਨਕਾਰਿਆ। ਸੋ ਜਿਸ ਬੰਦੇ ਦੇ ਇਲਜ਼ਾਮ ਲੱਗ ਰਹੇ ਨੇ, ਪਹਿਲਾਂ ਉਹ ਆਪਣੀ ਡਿਫੈਂਸ ਲਵੇਗਾ, ਔਰ ਉਸ ਡਿਫੈਂਸ ਤੋਂ ਬਾਅਦ ਅਸੀਂ ਪਾਰਟੀ ਜਿਹੜੀ ਬੈਠ ਕੇ ਇਹ ਅਸੀਂ ਉਹਦੀ ਫੈਸਲਾ ਕਰਾਂਗੇ ਕਿ ਇਹ ਸਪੋਰਟ ਦਾ ਯੋਗ ਕੇਸ ਹੈ। ਅੱਛਾ ਜੀ। ਹੁਣ ਲੈਟ ਪਹਿਲਾਂ ਦੀ ਪ੍ਰੈਜ਼ੀਡੈਂਟ ਆਫ ਦਾ ਪਾਰਟੀ ਕਮ ਆਊਟ। ਹਾਂ, ਇੱਕ ਗੱਲ ਹੋਰ ਇੰਪੋਰਟੈਂਟ ਕੱਲ ਡਿਸਕਸ ਕੀਤੀ ਹੈ ਕਿ ਦੇਖੋ, ਜੇ ਤੁਸੀਂ ਕਹੋ ਕਿ ਇਕੱਲੇ ਮੰਤਰੀਆਂ ਨੇ ਪੈਸਾ ਖਾ ਲਿਆ, ਇਜ਼ ਇਟ ਪੋਸੀਬਲ? ਇੱਕ ਚੇਨ ਆਫ ਕਮਾਂਡ ਹੈ, ਥੱਲਿਓਂ ਤੁਰਦੀ ਆ ਫਾਈਲ, ਉਹਦੇ ਤੇ ਨੋਟਿੰਗਸ ਹੁੰਦੀਆਂ ਨੇ, ਉਹਦੇ ਤੇ ਸਾਰਾ ਜਿਹੜਾ ਫੈਸਲੇ ਹੁੰਦੇ ਨੇ,
ਤੇ ਜਿਹੜਾ ਮਿਨਿਸਟਰ ਹੁੰਦਾ ਉਹਦੀ ਅਪਰੂਵਲ ਹੁੰਦੀ ਆ। ਜੇ ਤਾਂ ਮੰਤਰੀ ਨੇ ਸਾਰੀਆਂ ਨੋਟਿੰਗਸ ਨੂੰ ਓਵਰ ਰੂਲ ਕਰਕੇ, ਓਵਰਰਾਈਡ ਕਰਕੇ, ਉਹਨਾਂ ਨੂੰ ਡਸਟਬਿਨ ਸੁੱਟ ਕੇ ਤੇ ਆਪਣਾ ਫੈਸਲਾ ਥੋਪਿਆ ਤਾਂ ਦੈਟ ਸ਼ੋਜ਼ ਦਿਸ ਇਜ਼ ਅ ਕ੍ਰਿਸਟਲ ਕਲੀਅਰ ਕੱਟ ਆਫ ਕੇਸ ਆਫ ਕਰਪਸ਼ਨ। ਤੇ ਜੇ ਥੱਲਿਓ ਜਿਹੜੀ ਚੇਨ ਬਣੀ ਆ, ਜੇ ਤੁਸੀਂ ਕਹੋ ਕੱਲਾ ਮੰਤਰੀ ਫੜ ਰਹੇ ਸੀ ਜਾਂ ਇੱਕ ਆਦਮੀ ਪੋਲੀਟੀਕਲ ਫੜ ਰਹੇ ਆ, ਵਾਟ ਅਬਾਊਟ ਬਿਊਰੋਕਰੈਟਸ? ਇਹ ਦੁੱਧ ਤੇ ਧੋਤੇ ਹੋਏ ਨੇ ਸਾਰੇ। ਕੱਲ ਪਰਸੋਂ ਤੁਸੀਂ ਪੜ੍ਹ ਲਿਆ ਜਿਹੜਾ ਐਮਐਲਏ ਮਿਨਿਸਟਰ ਰਣਦੀਪ ਸਿੰਘ ਐਗਰੀਕਲਚਰ ਮਿਨਿਸਟਰ ਸੀਗੇ ਨਾਭੇ ਵਾਲੇ, ਉਹਨਾਂ ਨੇ ਕਿਹਾ 1100 ਕਰੋੜ ਰੁਪਏ ਦਾ ਜਿਹੜਾ ਐਗਰੀਕਲਚਰ ਦੇ ਫੰਡ ਆਇਆ ਸੀਗਾ ਪੰਜਾਬ ਸਰਕਾਰ ਨੂੰ, ਉਹ ਸਾਰੇ ਅਫਸਰ ਹੀ ਖਾ ਗਏ ਨੇ। ਸੋ ਜੇ ਤੁਸੀਂ ਕਹੋ ਕਿ ਜੇ ਤਾਂ ਤੁਸੀਂ ਬਦਲਾਖੋਰੀ ਨਾ ਕਰਨੀ ਤਾਂ ਫਿਰ ਤੁਸੀਂ ਸਾਡੇ ਮੰਤਰੀਆਂ ਮਗਰ ਪੈ ਸਕਦੇ ਹੋ, ਤੇ ਜੇ ਤੁਸੀਂ ਇਨਸਾਫ ਪਸੰਦੀ ਨਾਲ ਕਰਪਸ਼ਨ ਕਰਨੀ, ਦੈਨ ਜਿਹੜੀ ਚੇਨ ਆਫ ਕਮਾਂਡ ਬਣੀ ਆ, ਜਿਨ੍ਹਾਂ ਲੋਕਾਂ ਨੇ ਰਲ ਕੇ ਸਾਰੇ ਪੈਸੇ ਖਾਦੇ ਨੇ, ਇਹ ਤਾਂ ਹੋ ਨਹੀਂ ਸਕਦਾ ਕਿ ਮਿਨਿਸਟਰ ਨੇ ਇਕੱਲੇ ਨੇ ਖਾ ਲਏ ਨੇ। ਕਿਸੇ ਸੈਕਟਰੀ ਨੇ ਵੀ ਖਾਦੇ ਹੋਣਗੇ, ਕਿਸੇ ਚੀਫ ਨੇ ਵੀ ਖਾਦੇ ਹੋਣਗੇ, ਕਿਸੇ ਐਸਸੀ ਨੇ ਵੀ ਖਾਦੇ ਹੋਣਗੇ, ਕਿਸੇ ਐਕਸੀਐਨ ਨੇ ਵੀ ਖਾਦੇ ਹੋਣਗੇ, ਕਿਸੇ ਐਸਡੀਓ ਨੇ ਵੀ ਖਾਦੇ ਹੋਣਗੇ, ਕਿਸੇ ਜੇਈ ਨੇ ਵੀ ਖਾਦੇ ਹੋਣਗੇ। ਸੋ ਵੀ ਸਟੈਂਡ ਕਿ ਅਸੀਂ ਵੀ ਆਰ ਅਗੇਂਸਟ ਕਰਪਸ਼ਨ, ਬਟ ਇਟ ਸ਼ੁਡ ਨਾਟ ਬੀ ਸਿਲੈਕਟਿਵ ਪੋਲੀਟੀਕਲ ਟਾਰਗੇਟਿੰਗ। ਇੱਕ ਖਹਿਰਾ ਸਾਹਿਬ ਇੱਕ ਸਵਾਲ ਹੈਗਾ ਕਿ ਇਸ ਦੇ ਵਿੱਚ ਇੱਕ ਬਹੁਤ ਵੱਡਾ ਮੁੱਦਾ ਪਹਿਲਾਂ ਵੀ ਚੱਕਿਆ ਗਿਆ ਸੀਗਾ, ਚਲੋ ਲਾਅ ਐਂਡ ਆਰਡਰ ਦਾ ਮੁੱਦਾ ਮੇਨ ਹੈ ਹੀ, ਸ਼ਰਾਬ ਦੇ ਠੇਕੇ ਵਧਾਉਣ ਦਾ ਜਿਹੜਾ ਮੁੱਦਾ ਲਗਾਤਾਰ ਚੱਕਿਆ ਦੇਖੋ ਸ਼ਰਾਬ ਦੀ ਪਾਲਿਸੀ ਜਿੱਥੋਂ ਤੱਕ ਮੇਰੀ ਨੌਲੇਜ ਜਾ ਰਹੀ ਆ ਜੀ, ਜਿਹੜਾ ਇਹਨਾਂ ਦਾ ਨਵੀਂ ਸ਼ਰਾਬ ਦੀ ਨੀਤੀ ਲੈ ਕੇ ਸੀ, ਉਹ ਪਾਲਿਸੀ ਫੇਲ ਹੋ ਰਹੀ ਆ ਔਰ ਛੋਟੇ ਠੇਕੇਦਾਰ ਬਹੁਤ ਵਿਰੋਧ ਕਰ ਰਹੇ ਨੇ, ਕਿਉਂਕਿ ਇਹਨਾਂ ਨੇ ਇੱਕ ਸਰਕਲ ਨੂੰ 5-5 7-7 ਕਰੋੜ ਤੋਂ ਵਧਾ ਕੇ 35-40 ਕਰੋੜ ਰੁਪਏ ਤੱਕ ਕਰਤਾ। ਬਿਲਕੁਲ ਸਾਡਾ ਇਹ ਮੰਨਣਾ ਵਾ ਕਿ ਇਹ ਟ੍ਰੇਡ ਨੂੰ ਮੋਨੋਪੋਲਾਈਜ਼ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਇਹ ਵੱਡੇ ਵਪਾਰੀ ਜਿਹੜੇ ਦਿੱਲੀ 'ਚ ਇਹਨਾਂ ਦੇ ਨਾਲ ਕੰਮ ਕਰਦੇ ਸੀ, ਉਹਨਾਂ ਨੂੰ ਪੰਜਾਬ ਦੇ ਵਿੱਚ ਵਾੜ ਰਹੇ ਨੇ, ਤੇ ਛੋਟੇ ਠੇਕੇਦਾਰ ਨੂੰ ਜਿਹੜਾ 10 ਲੱਖ ਆਦਮੀ ਸ਼ਰਾਬ ਦੇ ਠੇਕੇ ਦੇ ਵਪਾਰਾਂ 'ਚ ਰੋਟੀ ਖਾਂਦਾ ਵਾ, ਇਹ ਉਹਨਾਂ ਨੂੰ ਰੋਟੀ ਤੋਂ ਵਾਂਝੇ ਕਰ ਰਹੇ। ਦੇ ਸ਼ੁੱਡ ਰਿਵਿਊ ਦੇਅਰ excise policy and reduce the size of circles, ਤਾਂ ਕਿ ਆਮ ਆਦਮੀ ਵੀ ਜਿਹੜਾ ਗਰੀਬ ਕੋਈ ਛੋਟਾ ਠੇਕੇਦਾਰ ਆ, ਉਹ ਇਹਨਾਂ ਸ਼ਰਾਬ ਦੇ ਠੇਕਿਆਂ ਦੀ ਬੋਲੀ ਦੇ ਸਕੇ। ਖਹਿਰਾ ਸਾਹਿਬ ਇੱਕ ਸਰਵੇ ਦੇ ਵਿੱਚ ਪੰਜਾਬ ਦਾ ਜਿਹੜਾ ਸਿੱਖਿਆ ਦੇ ਖੇਤਰ ਦੇ ਵਿੱਚ ਨੰਬਰ 1 ਸੀ, ਪਰ ਅੱਜ ਸੀਐਮ ਸਾਹਿਬ ਦੇ ਵੱਲੋਂ ਕਿਹਾ ਗਿਆ ਕਿ ਨਹੀਂ। ਬੜਾ ਦੁੱਖ ਹੋਇਆ ਇਹ ਕਿ ਸਾਡੇ ਲੀਡਰ ਆਫ ਆਪੋਜੀਸ਼ਨ ਨੇ ਕਿਹਾ ਕਿ ਘੱਟੋ ਘੱਟ ਜਿਹੜਾ ਨੈਸ਼ਨਲ ਅਚੀਵਮੈਂਟ ਸਰਵੇ NAS ਮਿਨਿਸਟਰੀ ਆਫ ਹਿਊਮਨ ਰਿਸੋਰਸਸ ਐਂਡ ਐਜੂਕੇਸ਼ਨ ਗਵਰਨਮੈਂਟ ਆਫ ਇੰਡੀਆ ਵੱਲੋਂ ਪੰਜਾਬ ਨੂੰ ਨੰਬਰ 1 ਸਟੇਟ ਚੁਣਿਆ ਗਿਆ 36 ਰਾਜਾਂ ਚੋਂ ਤੇ ਯੂਟੀਆਂ ਚੋਂ, ਵਿੱਚੇ ਦਿੱਲੀ, ਵਿੱਚੇ ਚੰਡੀਗੜ੍ਹ ਚੋਂ। ਤੇ ਇਹ ਤਾਂ ਸਾਡੇ ਲਈ ਬੜੀ ਫਖਰ ਦੀ ਗੱਲ ਹੈ ਕਿ ਸਾਡੇ ਟੀਚਰਸ ਤੇ ਸਾਡੇ ਬੱਚੇ, ਉਹਨਾਂ ਨੂੰ ਸ਼ਾਬਾਸ਼ ਦੇਣੀ ਚਾਹੀਦੀ ਸੀ, ਲੇਕਿਨ ਚੀਫ ਮਿਨਿਸਟਰ ਸਾਹਿਬ ਨੇ ਤਾਂ ਬੁਰਾ ਮਨਾਇਆ ਅੱਜ। ਔਰ ਉਹ ਕਹਿੰਦੇ ਜੀ ਉਹਨਾਂ ਨੇ ਸਿੱਧਾ ਡਾਊਟ ਕਰਤਾ ਕਿ ਜੀ ਇਹ ਤਾਂ ਮੈਨੂਪੂਲੇਟਡ ਸਰਵੇਜ਼ ਨੇ, ਕਿ ਜੀ ਇਹ ਤਾਂ, ਹਾਲਾਂਕਿ ਇਹ ਸਰਵੇ ਅਕੋਰਡਿੰਗ ਟੂ ਮੀ ਇਹ CBSE ਦੇ ਵੱਲੋਂ, ਉਸ ਬੋਰਡ ਵੱਲੋਂ ਇਹ ਜਿਹੜੀਆਂ ਹੈ ਕੀਤੀਆਂ ਗਈਆਂ ਨੇ, ਔਰ ਇਹ ਕੋਈ ਇੰਡੀਕੇਟਿਵ ਨਹੀਂ ਗੇ, ਇਹ ਠੋਸ ਨਿਰਣੇ ਨੇ ਕਿ ਅਗਰ ਆਹ ਸਟੇਟ ਹਰਿਆਣੇ ਦੀ ਇਹਦਾ ਬੱਚਾ ਫਰਜ਼ ਕਰੋ 5 ਨੰਬਰ ਆ, ਤੇ ਪੰਜਾਬ ਨੂੰ ਉਹਨਾਂ ਨੇ 9 ਦਿੱਤੇ ਨੇ, ਕਿਸੇ ਨੂੰ 3 ਦਿੱਤੇ ਨੇ, ਕਿਸੇ ਨੂੰ 2 ਦਿੱਤੇ ਨੇ। ਇਹ ਔਰ ਹੁਣ ਇੱਕ ਪਾਸੇ ਅੱਜ ਅਮਨ ਅਰੋੜਾ ਜੀ ਫਿਗਰਸ ਦੇ ਰਹੇ ਸੀ ਕ੍ਰਾਈਮ ਦੇ ਕੇ NCB ਨੂੰ ਕੋਟ ਕਰ ਰਹੇ ਸੀ, ਜਿਹੜਾ ਕੋਈ ਕ੍ਰਾਈਮ ਬਿਊਰੋ ਹੈਗਾ ਦਿੱਲੀ ਦਾ। ਮੈਂ ਕਿਹਾ ਜਦੋਂ ਤੁਹਾਨੂੰ ਆਪਣੀ ਲੋੜ ਹੈ ਤਾਂ ਤੁਸੀਂ ਕ੍ਰਾਈਮ ਬਿਊਰੋ ਦੇ ਫਿਗਰਸ ਨੂੰ ਕੋਟ ਕਰੀ ਜਾਂਦੇ, ਜਦੋਂ ਅਸੀਂ ਕਹਿੰਦੇ ਹਾਂ ਕਿ CBSE ਤੇ ਗਵਰਨਮੈਂਟ ਆਫ ਇੰਡੀਆ ਨੇ ਪੰਜਾਬ ਨੂੰ ਨੰਬਰ 1 ਠਹਿਰਾਇਆ, ਤੁਸੀਂ ਉਸ ਨੂੰ ਕਹਿੰਦੇ ਕਿ ਜੀ ਮੈਨੂਪੂਲੇਟਡ ਸਰਵੇ ਆ। ਸੋ ਬਲਕਿ ਮੈਂ ਤਾਂ ਸਮਝਦਾ ਕਿ ਸਾਡੇ ਟੀਚਰਸ ਤੇ ਸਾਡੇ ਬੱਚਿਆਂ ਦੀ ਤੋਹੀਨ ਕੀਤੀ ਅੱਜ ਗਵਰਨਮੈਂਟ ਨੇ। ਇਹਨਾਂ ਨੂੰ ਸਵੀਕਾਰਨਾ ਚਾਹੀਦਾ ਵਾ ਕਿ ਸਾਡੇ ਬੱਚੇ ਔਰ ਸਾਡੀ ਸਟੇਟ ਜਿਹੜੀ ਐਜੂਕੇਸ਼ਨ ਦੇ ਫੀਲਡ ਵਿੱਚ ਬਹੁਤ ਅੱਛੀ ਤੇ ਬਹੁਤ ਅੱਗੇ ਜਾ ਰਹੀ ਆ। ਨਹੀਂ ਤਾਂ ਕਿਤੇ ਦਿੱਲੀ ਤੋਂ ਪੰਜਾਬ ਤੋਂ ਦਿੱਲੀ ਪਿਛੜ ਗਿਆ ਸ਼ਾਇਦ ਇਸ ਕਰਕੇ। ਨਹੀਂ, ਦਿੱਲੀ ਤਾਂ ਪਛੜਿਆ ਹੀ ਹੋਇਆ ਵਾ। ਤਾਂ ਲੈਟ ਮੀ ਟੈਲ ਯੂ ਵਨ ਥਿੰਗ, ਤੁਸੀਂ ਸਾਰੇ ਬੜੇ ਸਤਿਕਾਰਯੋਗ ਆ। ਆਫਟਰ ਆਲ ਮੈਂ ਨਹੀਂ ਕਹਿੰਦਾ ਕਿ ਸਾਰੇ ਸਕੂਲ ਬਹੁਤ A1 ਹੈ, ਲੇਕਿਨ ਬਹੁਤ ਮੈਜੋਰਿਟੀ ਸਕੂਲ ਪੰਜਾਬ ਦੇ ਪਿਛਲੇ 10 ਸਾਲਾਂ ਵਿੱਚ ਬਹੁਤ ਇੰਪਰੂਵ ਹੋਏ ਨੇ। ਜਾ ਕੇ ਦੇਖੋ ਤੁਸੀਂ, ਸਮਾਰਟ ਕਲਾਸਰੂਮਸ ਨੇ, ਬੈਡਮਿੰਟਨ ਕੋਰਟਸ ਨੇ, ਔਰ ਕੰਪਿਊਟਰ ਕਲਾਸਿਸ ਨੇ, ਬਹੁਤ ਕੁਝ ਹੋ ਰਿਹਾ, ਲੈਬਸ ਵਗੈਰਾ ਹੈਗੇ ਨੇ। ਮੈਂ ਆਪਣੇ ਪਿੰਡ ਰਾਮਗੜ੍ਹ, ਜ਼ਿਲ੍ਹਾ ਕਪੂਰਥਲਾ ਦਾ ਸਕੂਲ, ਯੂ ਮੋਸਟ ਵੈਲਕਮ ਟੂ ਵਿਜ਼ਿਟ। ਇੱਕ ਨਹੀਂ, ਤੁਹਾਨੂੰ ਨੂਰਪੁਰ ਲਵਾਣੇ ਦਾ ਸਕੂਲ, ਤੁਹਾਨੂੰ ਪਦਾਸਾਂ ਦਾ ਸਕੂਲ, ਤੁਹਾਨੂੰ ਕਿੰਨੇ ਸਕੂਲ ਮੈਂ ਦਿਖਾਊਂਗਾ ਜਿਹੜੇ 110% ਦਿੱਲੀ ਨਾਲੋਂ ਬੈਟਰ ਸਕੂਲਸ ਆ। ਲੇਕਿਨ ਇਹ ਕਿਉਂਕਿ ਇਹਨਾਂ ਨੇ ਹੁਣ ਗੱਲ ਬਣਾਈ ਹੋਈ ਕਿ ਦਿੱਲੀ ਮਾਡਲ, ਸੋ ਅਸੀਂ ਇਸ ਨੂੰ ਕਿਹਾ ਕਿ ਤੁਹਾਨੂੰ ਆਪਣੇ ਜਿਹੜੀ ਕੋਈ ਸਾਡੇ ਲਈ ਗੌਰਵ ਦੀ ਗੱਲ ਹੈਗੀ ਆ, ਕੋਈ ਫਖਰ ਦੀ ਗੱਲ ਹੈ, ਘੱਟੋ ਘੱਟ ਉਹਨਾਂ ਬੱਚਿਆਂ ਨੂੰ ਤੇ ਟੀਚਰਸ ਨੂੰ ਤਾਂ ਤੁਹਾਡਾ ਵਧਾਈ ਦੇਣਾ। ਨਜਾਇਜ਼ ਜ਼ਮੀਨਾਂ ਵਾਲਾ ਨਜਾਇਜ਼ ਕੋਠੀਆਂ ਦਾ ਮਸਲਾ ਕਿ ਸੀਐਮ ਦੀ ਕੋਠੀ ਦੇ ਨਾਲ ਉਹ ਨਹੀਂ, ਪਹਿਲਾਂ ਜ਼ਮੀਨਾਂ ਦਾ ਮਸਲਾ ਉਠਾਇਆ, ਇਹ ਕਿਹਾ ਵਾ ਕੁਲਦੀਪ ਸਿੰਘ ਧਾਲੀਵਾਲ ਨੂੰ ਕਿ ਪੁੱਠੇ ਪਾਸੇ ਸ਼ੁਰੂ ਕਰ ਲਿਆ ਤੁਸੀਂ। ਗਰੀਬ ਜਿਹੜੇ ਬੱਚੇ ਨੇ, ਗਰੀਬ ਕਿਸਾਨ ਨੇ, ਜਿਨ੍ਹਾਂ ਨੇ ਕਿੱਲਾ 2-2 ਕਿੱਲੇ ਕਰਕੇ ਆਪਣੀ ਜ਼ਮੀਨ ਆਬਾਦ ਕਰਕੇ ਪਾਲਿਆ, ਜਿੱਦਾਂ ਝਲੇੜੀ ਕਲਾਂ ਪਿੰਡ ਦਾ ਉਦਾਹਰਨ, ਫਤਿਹਗੜ੍ਹ ਤਾਂ ਅਰਨੋ ਪਿੰਡ ਦਾ ਸ਼ੁਤਰਾਣਾ, ਭੰਮੇ ਕਲਾਂ ਦਾ ਲੁਧਿਆਣੇ 'ਚ। ਤੁਸੀਂ ਕੰਮ ਕਰੋ, ਜਸਟਿਸ ਕੁਲਦੀਪ ਸਿੰਘ ਦੀ ਕਮਿਸ਼ਨ ਦੀ ਰਿਪੋਰਟ ਚੱਕੋ, ਜਿਹੜੇ ਵੱਡੇ ਬੰਦੇ ਨੇ ਜਿਨ੍ਹਾਂ ਕੋਲ 50 ਕਿੱਲੇ, 100 ਕਿੱਲਾ, 150 ਕਿੱਲਾ, 200 ਕਿੱਲਾ ਚੰਡੀਗੜ੍ਹ ਦੇ ਦੁਆਲੇ, ਉਹਨਾਂ ਤੋਂ ਜ਼ਮੀਨ ਛਡਾਓ। ਇਹ ਅੱਜ, ਔਰ ਉਹਨਾਂ ਨੇ ਸਵੀਕਾਰ ਵੀ ਕੀਤਾ, ਉਹਨਾਂ ਨੇ ਕਿਹਾ ਕਿ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਮੋਹਾਲੀ ਜਿਹੜਾ ਹੈਗਾ ਇਸ ਡਿਸਟ੍ਰਿਕਟ ਨੂੰ ਟਾਰਗੇਟ ਕਰਾਂਗੇ। ਤੇ ਜਿਹੜੇ ਸਿਸੋਂ ਵਾਲੀ ਸੀ ਨਾਲ, ਉਹ ਦੁਬਾਰੇ ਹੁਣ ਜੀ ਕੋਰਟ ਉਹ ਤਾਂ ਦੇਖੋ, ਉਹ ਤਾਂ ਮੈਂ ਤੁਹਾਨੂੰ ਝਲੇੜੀ ਕਲਾਂ ਵਾਲੇ ਕਿਸਾਨਾਂ ਨੇ ਵੀ ਵਾਲੀ ਜ਼ਮੀਨ 417 ਕਿੱਲੇ, ਉਹ ਕਹਿੰਦੇ ਸਾਨੂੰ ਦੇਖੋ, ਇਹ ਮੈਂ ਤਾਂ ਉਹੀ ਤੁਹਾਨੂੰ ਕਹਿ ਰਿਹਾ ਨਾ ਵਾ ਕਿ ਤੁਸੀਂ rather than going in for against the small landless,
marginal and small farmers, you should go in after big politicians and bureaucrats. Insofar the panchayat land is concerned. ਧੰਨਵਾਦ। ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਈ ਅਹਿਮ ਮੁੱਦਿਆਂ ਨੂੰ ਚੁੱਕਿਆ ਜਿਸ ਨੂੰ ਲੈ ਕੇ ਪੰਜਾਬ ਸਰਕਾਰ ਤੇ ਸਵਾਲ ਖੜੇ ਕੀਤੇ ਨੇ। ਹੁਣ ਦੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵਿਧਾਨ ਸਭਾ ਤੇ ਇਹਨਾਂ ਮੁੱਦਿਆਂ ਨੂੰ ਲੈ ਕੇ ਚਰਚਾ ਹੁੰਦੀ ਹੈ ਜਾਂ ਫਿਰ ਇਹ ਸਿਰਫ ਮੁੱਦੇ ਹੀ ਬਣ ਕੇ ਰਹਿ ਜਾਣਗੇ। ਚੰਡੀਗੜ੍ਹ ਤੋਂ ਕੁਲਦੀਪ ਸਿੰਘ ਭੋੜੇ ਦੀ ਰਿਪੋਰਟ D5 ਚੈਨਲ ਪੰਜਾਬੀ। ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 7:30 ਵਜੇ D5 ਚੈਨਲ ਪੰਜਾਬੀ ਤੇ। ਕੀ ਹੁੰਦੀ ਹੈ ਜਮਾਬੰਦੀ, ਕਿਵੇਂ ਬਣਦੀ ਹੈ ਵਸੀਅਤ, ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ naibtehsildar.com। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।